संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਹਾਂ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧਕੂਪ ਤੇ ਮਾਇਆ। ਅਵਤਾਰੀ ਪੁਰਸ਼ਾਂ ਦਾ ਕਥਨ ਹੈ ਕਿ ਪੂਰਬਲੇ ਜਨਮਾਂ ਵਿੱਚ ਕਈ ਵਾਰ ਰਿਸ਼ਤੇ ਉਲਟ ਪੁਲਟ ਹੁੰਦੇ ਰਹਿੰਦੇ ਹਨ। ਕਈ ਵਾਰ ਬਦਲੇ ਦੀ ਭਾਵਨਾ ਨਾਲ ਵੀ ਜਨਮ ਮਿਲਦੇ ਰਹਿੰਦੇ ਹਨ। ਸਰਦਾਰ ਸੁੰਦਰ ਸਿੰਘ ਕਰੋੜੇ ਦਾ ਭੇਜਿਆ ਹੋਇਆ, ਮੁਨਸ਼ੀ ਸਿੰਘ ਦਰਜੀ ਸਿੱਖ ਹਰ ਇੱਕ ਪੂਰਨਮਾਸ਼ੀ ਵਾਲੇ ਦਿਨ ਰਾਜਾ ਮਹੇਸ਼ ਇੰਦਰ ਸਿੰਘ ਮਾਲਕਾ ਜੀ ਦੀ ਤਰਫੋਂ ਹਜੂਰ ਬਾਬਾ ਜੀ ਦੇ ਦਰ 'ਤੇ 250 ਰੁਪਏ ਸੇਵਾ ਲਈ ਲੈ ਕੇ ਆਉਂਦਾ ਸੀ। ਇੱਕ ਪੂਰਨਮਾਸ਼ੀ ਮੁਨਸ਼ੀ ਸਿੰਘ 2 ਦਿਨ ਬਾਅਦ ਵਿੱਚ ਆਇਆ, ਕਿਉਂਕਿ ਬੀਬਾ ਸਾਹਿਬ ਦੌਲਤਪੁਰ ਜਾਨੀ ਭੁਪਾਲ ਵਾਲੀ ਦੇ ਪੱਲੇ ਸਗਨ ਪਿਆ ਸੀ। ਹਜੂਰ ਬਾਬਾ ਜੀ ਅੰਤਰਜਾਮੀ ਸਭ ਕੁਝ ਜਾਣਦੇ ਹੋਏ ਵੀ ਮੁਨਸ਼ੀ ਸਿੰਘ ਨੂੰ ਪੁੱਛਣ ਲੱਗੇ, ਕੀ ਗੱਲ ਹੈ, 2 ਦਿਨ ਪਛੜ ਕੇ ਆਇਆ ਹੈ? ਮਹਾਰਾਜ ਬੀਬਾ ਜੀ ਨੂੰ ਚੁੰਨੀ ਚੜਾਉਣ ਆਏ ਸਨ। ਉਸ ਦੇ ਸਹੁਰਾ ਪਰਿਵਾਰ ਕੰਮ ਜ਼ਿਆਦਾ ਹੋਣ ਕਰਕੇ 2 ਦਿਨ ਪਛੜ ਗਿਆ। ਹਜੂਰ ਬਾਬਾ ਜੀ ਨੇ ਫਰਮਾਇਆ, ਚੁੰਨੀ ਕੀ ਹੁੰਦੀ ਹੈ? ਲੜਕੇ ਵਾਲੇ ਲੜਕੀ ਵਾਲਿਆਂ ਦੇ ਘਰ ਮੰਗਣੀ ਕਰਨ ਆਉਂਦੇ ਹਨ। ਮੁਨਸ਼ੀ ਸਿੰਘ ਨੇ ਦੱਸਿਆ, ਸਾਡੇ ਪੁੱਛੇ ਬਿਨਾਂ ਹੀ ਚਾਚੀ ਜੀ ਦੀ ਬਾਲੜੀ ਦੀ ਮੰਗਣੀ ਹੋ ਗਈ। ਬਾਬਾ ਜੀ ਨੇ ਫਰਮਾਇਆ, ਮਹਾਰਾਜ ਬਾਬਾ ਜੀ, ਮੰਗਣੀ ਤਾਂ ਬਾਦਸ਼ਾਹ ਨੇ ਕੀਤੀ ਹੈ, ਜੇ ਮਾਈ ਸਾਹਿਬ ਮੰਗਣੀ ਕਰਦੇ ਤਾਂ ਜ਼ਰੂਰ ਪੁੱਛ ਲੈਂਦੇ। ਮੁਨਸ਼ੀ ਸਿੰਘ ਨੇ ਉੱਤਰ ਦਿੱਤਾ। ਬਾਬਾ ਜੀ ਨੇ ਫਰਮਾਇਆ ਕਿ ਚੰਗਾ, ਅਸੀਂ ਤਾਂ ਚਾਹੁੰਦੇ ਸੀ ਕਿ ਚਾਚੀ ਜੀ ਦਾ ਜੋ ਕਰਜ਼ਾ ਸਾਡੀ ਕੀਤੀ ਹੋਈ ਸੇਵਾ ਦਾ ਬਾਦਸ਼ਾਹ ਸਿਰ ਚੜ੍ਹ ਗਿਆ ਹੈ, ਉਹ ਇਸੇ ਜਨਮ ਵਿੱਚ ਹੀ ਉਤਾਰ ਦਿੰਦੇ, ਨਹੀਂ ਤਾਂ ਫਿਰ ਔਰਤ ਬਣ ਕੇ ਇਹੀ ਤਕਲੀਫਾਂ ਭੁਗਤਣੀਆਂ ਪੈਣਗੀਆਂ। ਤਾਂ ਹੀ ਕਿਹਾ ਹੈ ਕਿ ਤਪੋਂ ਰਾਜ ਤੇ ਰਾਜੋਂ ਨਰਕ, ਚੰਗਾ ਜਾਓ ਦੁੱਧ ਪਾਣੀ ਛਕੋ। ਮੁਨਸ਼ੀ ਹਰਦੇਤ ਸਿੰਘ ਉੱਠ ਕੇ ਕੋਠੜੀ ਵਿੱਚ ਆ ਗਏ। ਹਰਦੇਤ ਸਿੰਘ ਕਹਿਣ ਲੱਗੇ ਕਿ ਬਾਬਾ ਜੀ ਨੇ ਇਹ ਗੱਲਾਂ ਇਸ ਲਈ ਕੀਤੀਆਂ ਹਨ ਕਿ ਤੂੰ ਜਾ ਕੇ ਕਰੋੜਾ ਸਾਹਿਬ ਨੂੰ ਦੱਸੇ, ਫਿਰ ਉਹ ਅੱਗੇ ਬਾਦਸ਼ਾਹ ਨੂੰ ਇਹ ਵਚਨ ਸੁਣਾਉਣ ਤਾਂ ਕਿ ਇਹ ਕਰਜ਼ਾ ਇਸੇ ਜਨਮ ਵਿੱਚ ਉਤਾਰਿਆ ਜਾ ਸਕੇ। ਮੁਨਸ਼ੀ ਸਿੰਘ ਨੇ ਕਿਹਾ, ਮੈਂ ਤਾਂ ਚੁੱਪ ਰਹਾਂਗਾ, ਕੁਝ ਨਹੀਂ ਕਹਿਣਾ, ਨਹੀਂ ਤਾਂ ਮੇਰਾ ਇੱਥੇ ਆਉਣਾ ਹੀ ਬੰਦ ਕਰ ਦੇਣਗੇ। ਇੱਕ ਦਿਨ ਹਜੂਰ ਬਾਬਾ ਜੀ ਫਰਮਾਉਣ ਲੱਗੇ, ਹਰਦੇਤ ਸਿੰਘ, ਤੇਰਾ ਅਤੇ ਬਾਦਸ਼ਾਹ ਦਾ ਸਦਨੇ ਵਾਲਾ ਵੈਰ ਚੱਲਿਆ ਆ ਰਿਹਾ ਹੈ, ਹੁਣ ਤੇਰੀ ਵਾਰੀ ਆਈ ਹੋਈ ਹੈ। ਮੁਨਸ਼ੀ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਵਾਰੀ ਵਾਲਾ ਚੱਕਰ ਤੋੜ ਦਿਓ, ਤੁਸੀਂ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲੇਹੋ ਇਹ ਬਾਰੀ।
ਸੱਚੇ ਪਾਤਸ਼ਾਹ ਫਰਮਾਉਣ ਲੱਗੇ, ਸੇਵਾ ਕਰਦਾ ਰਹੋ, ਬਾਦਸ਼ਾਹ ਖੁਸ਼ ਹੋ ਜਾਵੇਗਾ, ਤੇਰੀ ਇਹ ਤਕਲੀਫ ਦੂਰ ਹੋ ਜਾਏਗੀ। ਇਸ ਤਰ੍ਹਾਂ ਇਹ ਵਾਰੀ ਵਾਲਾ ਚੱਕਰ ਟੁੱਟ ਜਾਏਗਾ। ਸਾਰਗ ਮਹੱਲਾ ਪੰਜਵਾਂ। ਠਾਕਰ ਤੁਮ ਸ਼ਰਨਾਈ ਆਇਆ, ਉਤਰ ਗਿਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਰਹਾਉ। ਅਨਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ। ਦੁਖ ਨਾਠੇ ਸੁਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ। ਬਾਹਾਂ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧ ਕੂਪ ਤੇ ਮਾਇਆ। ਕਹੋ ਨਾਨਕ ਗੁਰ ਬੰਧਨ ਕਾਟੇ, ਬਿਸ਼ਰਤ ਆਨ ਮਿਲਾਇਆ। ਸਾਖੀ ਨੰਬਰ 17। ਪਰਵਾਹ ਨਾਹੀ ਕਿਸੇ ਕੇਰੀ, ਬਾਜ ਸੱਚੇ ਨਾਹ। ਬੇਸ਼ੱਕ ਪਟਿਆਲੇ ਤੱਕ ਸੋਨੇ ਦੀ ਸੜਕ, ਮਹਾਂਪੁਰਖਾਂ ਸੰਤ ਮਹਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਣੀਆਂ ਹੀ ਆਪਣੇ ਜੀਵਨ ਨੂੰ ਸਫਲ ਕਰ ਲੈਣਾ ਹੈ ਅਤੇ ਵਾਰ-ਵਾਰ ਦੇ ਜਨਮ ਮਰਨ ਦੇ ਬੰਧਨ ਨੂੰ ਕੱਟ ਦੇਣਾ ਹੈ। ਸਾਗਰ ਤੋਂ ਉੱਠਿਆ ਪਾਣੀ ਬਾਰਿਸ਼ ਬਣ ਕੇ ਫੇਰ ਨਦੀਆਂ ਰਾਹੀਂ ਹੁੰਦਾ ਹੋਇਆ ਫੇਰ ਸਾਗਰ ਬਣ ਜਾਂਦਾ ਹੈ। ਪਰ ਮਹਾਂਪੁਰਖਾਂ ਦੀ ਨਾਰਾਜ਼ਗੀ ਲੈ ਲੈਣੀ ਨਰਕਾਂ ਦੀ ਜ਼ਿੰਦਗੀ ਨੂੰ ਸੱਦਾ ਦੇਣਾ ਹੈ। ਜਿਸ ਵੇਲੇ ਮੱਘਰ 1977 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਜੀ ਹਜ਼ੂਰ ਬਾਬਾ ਜੀ ਦੇ ਦਰਸ਼ਨ ਕਰਨ ਆਏ ਸਨ, ਕਈਆਂ ਸੇਵਕਾਂ ਦੇ ਮਨ ਵਿੱਚ ਸ਼ੰਕੇ ਪੈਦਾ ਹੋ ਗਏ ਸਨ ਕਿ ਸ਼ਾਇਦ ਮਹਾਰਾਜਾ ਬਾਬਾ ਜੀ ਨੂੰ ਪਟਿਆਲੇ ਲੈ ਕੇ ਜਾਵੇਗਾ। ਇਹਨਾਂ ਸ਼ੰਕਾਵਾਦੀਆਂ ਵਿੱਚੋਂ ਮੁਨਸ਼ੀ ਹਰਦੇਵ ਸਿੰਘ ਵੀ ਸੀ। ਇੱਕ ਦਿਨ ਮੁਨਸ਼ੀ ਜੀ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਜੀ, ਪਟਿਆਲੇ ਵਾਲਾ ਮਹਾਰਾਜਾ ਤੁਹਾਨੂੰ ਆਪਣੇ ਮਹਿਲਾਂ ਵਿੱਚ ਚਰਨ ਪਵਾਉਣ ਲਈ ਲੈ ਕੇ ਜਾਵੇਗਾ। ਮਹਾਂਪੁਰਖ ਬਾਬਾ ਜੀ ਨੇ ਫਰਮਾਇਆ, ਮੁਨਸ਼ੀ ਜੀ, ਜੇ ਬਾਦਸ਼ਾਹ ਆਪਣੇ ਮਹਿਲਾਂ ਤੋਂ ਲੈ ਕੇ ਸਾਡੇ ਇਸ ਪਲੰਗ ਤੱਕ ਸੋਨੇ ਦੀ ਸੜਕ ਵੀ ਬਣਾ ਲਵੇ, ਉਸ ਵਿੱਚ ਹੀਰੇ ਮੋਤੀ ਵੀ ਜੜ ਦੇਵੇ, ਅਸੀਂ ਫੇਰ ਵੀ ਨਹੀਂ ਜਾਵਾਂਗੇ, ਪਰ ਉਸ ਦੇ ਕਾਰਜ ਕਰਦੇ ਰਹਾਂਗੇ। ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜੇ ਚਿਤ ਨ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੇ ਅਵਰ ਨ ਭਾਇਆ ਰਾਮ। ਦਰਸ਼ਨ ਕਰਕੇ ਵਾਪਸ ਜਾਣ ਸਮੇਂ ਮਹਾਰਾਜਾ ਸਾਹਿਬ ਫੇਰ ਛੇਤੀ ਆਉਣ ਦਾ ਵਾਅਦਾ ਕਰ ਗਿਆ ਸੀ, ਪਰ ਛੇਤੀ ਨਹੀਂ ਆਇਆ ਸੀ। ਫੇਰ ਉਸ ਦੇ ਆਪ ਦੇ ਸੰਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਕਈ ਵਾਰ ਭੇਜਿਆ ਕਿ ਬਾਬਾ ਜੀ ਤੋਂ ਮੇਰੀ ਭੁੱਲ ਬਖਸ਼ਾਓ ਅਤੇ ਸੇਵਾ ਲਈ ਆਗਿਆ ਲੈ ਕੇ ਦੇਵੋ, ਪਰ ਹਜ਼ੂਰ ਬਾਬਾ ਜੀ ਨੇ ਕੋਈ ਸਿਫਾਰਿਸ਼ ਨਹੀਂ ਮੰਨੀ। ਬਾਬਾ ਜੀ ਹਰ ਸੰਬੰਧੀ ਨੂੰ ਇਹੋ ਹੀ ਆਖਦੇ ਕਿ ਹੁਣ ਸਮਾਂ ਲੰਘ ਗਿਆ ਹੈ। ਉਸ ਵੇਲੇ ਹੁਕਮ ਮੰਨ ਲਿਆ ਜਾਂਦਾ ਤਾਂ ਠੀਕ ਸੀ। ਹੁਣ ਪੱਕਾ ਤਲਾਬ ਜਾਨੀ ਸਰੋਵਰ ਅਤੇ ਹਰਮੰਦਰ ਬਣੇਗਾ ਜ਼ਰੂਰ। ਸਮੇਂ ਨਾਲ ਕੋਈ ਸਮੁੰਦਰੋਂ ਪਾਰ ਤੋਂ ਆਵੇਗਾ ਅਤੇ ਬਣਾਵੇਗਾ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧਿਆ,
ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇਈ ਉਠਾਲ। ਸਾਖੀ ਨੰਬਰ 18। ਟਿੱਕਾ ਸਾਹਿਬ ਰਾਜਾ ਬਲ ਹੈ। ਕੁਝ ਸਮੇਂ ਤੋਂ ਰਾਜਾ ਮਹੇਸ਼ ਇੰਦਰ ਸਿੰਘ ਅਤੇ ਬੀਬੀ ਕਰਮਗੜ੍ਹ ਵਾਲੇ ਬੇਨਤੀ ਕਰਦੇ ਆ ਰਹੇ ਸਨ ਕਿ ਮਹਾਰਾਜ ਪੁੱਤਰ ਦੀ ਦਾਤ ਬਖਸ਼ੋ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਟਿੱਕਾ ਸਾਹਿਬ ਦਾ ਜਨਮ ਹੋਇਆ ਤਾਂ ਸੰਕਲਪ ਕੀਤਾ ਗਿਆ ਕਿ ਬਾਬਾ ਜੀ ਦੇ ਅਸਥਾਨ ਉੱਤੇ 1.25 ਲੱਖ ਰੁਪਇਆ ਸੇਵਾ ਲਈ ਲਾਇਆ ਜਾਵੇਗਾ। ਹਜੂਰ ਬਾਬਾ ਜੀ ਤਾਂ ਉਸ ਸਮੇਂ ਸੱਚਖੰਡ ਚਲੇ ਗਏ ਸਨ। ਮਾਘ ਦੀ ਸਵੇਰ ਸਮੇਂ ਬਾਬਾ ਨਰੈਣ ਸਿੰਘ ਜੀ ਨੇ ਫਰਮਾਇਆ ਕਿ ਮੁਨਸ਼ੀ ਜੀ, ਮਾਲਕ ਬਾਬਾ ਜੀ ਹੁਕਮ ਦੇ ਰਹੇ ਹਨ ਕਿ ਹਰਦੇਤ ਸਿੰਘ ਨੂੰ ਕਹੋ ਆਪਣੇ ਮਾਲਕਾ ਯਾਨੀ ਬਾਦਸ਼ਾਹ ਨੂੰ ਆਖੇ ਜੋ ਉਹਨਾਂ ਸੰਕਲਪ ਕੀਤਾ ਸੀ ਉਸ ਨੂੰ ਛੇਤੀ ਪੂਰਾ ਕਰ ਦਿਓ। ਮੁਨਸ਼ੀ ਜੀ ਨੇ ਬਾਦਸ਼ਾਹ ਨੂੰ ਚਿੱਠੀ ਰਾਹੀਂ ਬੇਨਤੀ ਕਰ ਦਿੱਤੀ ਕਿ ਹਜੂਰ ਬਾਬਾ ਜੀ ਦੇ ਦਰਬਾਰ ਵਿੱਚ ਜੋ ਟਿੱਕਾ ਸਾਹਿਬ ਦੇ ਜਨਮ ਲਈ ਸੰਕਲਪ ਕੀਤਾ ਸੀ ਉਹ ਪੂਰਾ ਕਰ ਦਿਓ। ਜਿਨ ਹਰ ਨਾਮਾ ਹਰ ਚੇਤਿਆ, ਹਿਰਦੇ ਉਰ ਧਾਰੇ, ਤਿਨ ਜਮ ਨੇੜ ਨ ਆਵਈ, ਗੁਰਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੇ। ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆਂ ਮਾਣੇ। ਬਾਬਾ ਨਰੈਣ ਸਿੰਘ ਜੀ ਹਰਨੌਲੀ ਗਏ ਸਨ ਤਾਂ ਉੱਥੇ ਇਹ ਸੰਕਲਪ ਬਾਰੇ ਫਿਰ ਬਚਨ ਹੋਇਆ। ਬਾਬਾ ਜੀ ਨੇ ਫਰਮਾਇਆ ਕਿ ਜੇ ਤੁਸੀਂ ਸਾਡੇ ਗੁਰਦੇਵ ਜੀ ਨਾਲ ਕੀਤਾ ਸੰਕਲਪ ਅਧੂਰਾ ਰੱਖਿਆ ਤਾਂ ਅਸੀਂ ਫੇਰ ਨਹੀਂ ਆਵਾਂਗੇ। ਮੁਨਸ਼ੀ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਨਾ ਕਹੋ ਕਿ ਫੇਰ ਨਹੀਂ ਆਵਾਂਗੇ। ਬਾਬਾ ਜੀ ਨੇ ਫਰਮਾਇਆ ਇਹਨਾਂ ਨੇ ਆਪਣੇ ਭਲੇ ਲਈ ਕਰਨਾ ਹੈ, ਅਸੀਂ ਤਾਂ ਗੁਰਦੇਵ ਜੀ ਦਾ ਬਚਨ ਇਹਨਾਂ ਨੂੰ ਸੁਣਾਉਣਾ ਸੀ, ਉਹ ਸੁਣਾ ਆਏ ਹਾਂ। ਪਹਿਲਾਂ ਬਾਬਾ ਜੀ ਨੇ ਬਚਨ ਕਰੇ ਅਤੇ ਉਪਾਅ ਵੀ ਦੱਸੇ ਸਨ, ਪਰ ਜੇ ਇਹਨਾਂ ਨਹੀਂ ਕੀਤੇ ਤਾਂ ਕਿਤਨਾ ਦੁੱਖ ਪਾਇਆ ਸੀ। ਸ਼ਿਕਾਰ ਖੇਡਦੇ ਸਮੇਂ ਪੁੱਤਰ ਦੀ ਲੱਤ ਬੰਦੂਕ ਦੀ ਗੋਲੀ ਨਾਲ ਲਾਚਾਰ ਹੋ ਗਈ। ਹਿਤਕਾਰ ਪੁਰਸ਼ ਮਰ ਗਏ। ਗੱਦੀ ਲਈ ਝਗੜਾ ਹੋਇਆ। ਟਿੱਕਾ ਸਾਹਿਬ ਦੇ ਜਨਮ ਸਮੇਂ ਹੀ ਕੱਚੀ ਭੁੱਚੋ ਵਾਲੇ ਸਰਦਾਰ ਉਜਾਗਰ ਸਿੰਘ ਜੀ ਦੇ ਘਰ ਮੁੰਡਾ ਹੋਇਆ ਸੀ ਜੋ ਸਵਰਗਵਾਸ ਹੋ ਗਿਆ ਸੀ। ਇਹ ਟਿੱਕਾ ਸਾਹਿਬ ਤਾਂ ਬਾਬਾ ਜੀ ਦੀ ਸ਼ਕਤੀ ਨਾਲ ਮਿਲਿਆ ਹੈ, ਜੋ ਪਹਿਲਾਂ ਰਾਜਾ ਬਲ ਦੇ ਰੂਪ ਵਿੱਚ ਆਇਆ ਸੀ। ਇਹ ਟਿੱਕਾ ਸਾਹਿਬ ਉਹੀ ਰਾਜਾ ਬਲ ਹੈ। ਬਾਬਾ ਜੀ ਨੇ ਫੇਰ ਬਚਨ ਕੀਤਾ ਕਿ ਇਹ ਸੰਕਲਪ ਪੂਰਾ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਸਾਰੇ ਹੱਕ ਮਿਲ ਜਾਣਗੇ, ਤਾਂ ਫਿਰ ਸੰਕਲਪ ਪੂਰਾ ਕਰਨਾ। 23 ਪੋਹ ਨੂੰ ਟਿੱਕਾ ਸਾਹਿਬ ਅਰਨੌਲੀ ਸਰਦਾਰ ਹਜੂਰਾ ਸਿੰਘ, ਲੈਫਟੀਨੈਂਟ ਸਰਦਾਰ ਕਿਸ਼ਨ ਸਿੰਘ ਇੱਥੇ ਬਾਬਾ ਜੀ ਦੇ ਦਰਬਾਰ ਵਿੱਚ ਆਏ ਅਤੇ ਬੇਨਤੀ ਕਰਨ ਲੱਗੇ, ਮਹਾਰਾਜ ਜੀ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਕਿਰਪਾ ਕਰੋ, ਸੰਕਲਪ ਪੂਰਾ ਕਰ ਸਕੀਏ। ਬਾਬਾ ਜੀ ਨੇ ਫਰਮਾਇਆ ਕਿ ਅਰਦਾਸ ਕਰੋ। ਮਹਾਰਾਜ ਬਾਬਾ ਜੀ
ਬਾਬਾ ਮਹਾਂ ਹਰਨਾਮ ਸਿੰਘ ਜੀ, ਗੁਰੂ ਨਾਨਕ ਦੇਵ ਜੀ ਅੱਗੇ ਕੀ ਸਾਡੀਆਂ ਭੁੱਲਾਂ ਬਖਸ਼ ਦਿਓ। ਇਹ ਜੋ ਟਿੱਕਾ ਤੁਸੀਂ ਸਾਨੂੰ ਬਖਸ਼ਿਆ ਹੈ, ਇਸ ਦੀ ਆਰਜ਼ਾ ਲੰਮੀ ਹੋਵੇ ਅਤੇ ਇਹ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦਾ ਆਗਿਆਕਾਰੀ ਅਤੇ ਪ੍ਰੇਮ ਕਰਨ ਵਾਲਾ ਹੋਵੇ। ਸਾਡੇ ਸਾਰੇ ਹੱਕ ਸਾਨੂੰ ਬਾਇੱਜ਼ਤ ਮਿਲ ਜਾਣ, ਜਿਨ੍ਹਾਂ ਵਿੱਚ ਪਿੰਡ, ਜਗੀਰਾਂ, ਕੋਠੀਆਂ ਆਦਿ ਹਨ। ਇਹ ਸਭ ਕੁਝ ਬਿਨਾਂ ਕਿਸੇ ਭੇਦਭਾਵ ਦੇ ਰਿਆਸਤ ਦੇ ਮਾਲਕ ਖੁਸ਼ੀ ਨਾਲ ਸਾਨੂੰ ਅਰਪਣ ਕਰਨ। ਅਸੀਂ ਸਾਰਾ ਪਰਿਵਾਰ ਇੱਥੇ ਤੁਹਾਡੇ ਦਰ 'ਤੇ ਖੁਸ਼ੀ ਨਾਲ 1.25 ਲੱਖ ਦਾ ਸੰਕਲਪ ਪੂਰਾ ਕਰਕੇ ਆਪਣੇ ਹੱਥੀਂ ਸੇਵਾ ਕਰਕੇ ਜਾਈਏ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਸੋ ਇਹ ਬਚਨ ਫਿਰ ਸੱਚ ਹੋਇਆ ਅਤੇ ਸੰਕਲਪ ਪੂਰਾ ਕਰਕੇ ਗਏ। ਤੂੰ ਠਾਕਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ। ਤੁਧ ਭਾਵੇ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੇ ਨਾਨਕਾ, ਸਾਈ ਗੱਲ ਚੰਗੀ। ਸਾਖੀ ਨੰਬਰ 19। ਸੇ ਭਗਤ ਸੇ ਭਗਤ, ਭਲੇ ਜਨ ਨਾਨਕ ਜੀ। ਸੰਤ ਅਚਿੰਤ ਰਾਮ ਜੀ ਦੁਆਰਾ ਕੌਤਕ। ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਸੱਚਖੰਡ ਜਾਣ ਤੋਂ ਇੱਕ ਦਿਨ ਪਹਿਲਾਂ ਸੰਤ ਅਚਿੰਤ ਰਾਮ ਜੀ ਨੂੰ ਸਾਰੀ ਮਰਿਆਦਾ ਸਮਝਾਈ ਅਤੇ ਗੱਦੀ ਸਾਹਿਬ ਦੇ ਅੰਦਰ ਹੀ ਉਹਨਾਂ ਨੂੰ ਆਪਣਾ ਜਾਨਸ਼ੀਨ ਬਣਨ ਲਈ ਸਹਿਮਤ ਕੀਤਾ। ਬਾਬਾ ਜੀ ਨੇ ਆਪਣੀਆਂ ਬਰਕਤਾਂ, ਅਜ਼ਮਤਾਂ ਦੀ ਜੋਤ ਸਭ ਅਚਿੰਤ ਰਾਮ ਨੂੰ ਬਖਸ਼ ਦਿੱਤੀ। ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਤ ਅਚਿੰਤ ਰਾਮ ਜੀ ਗੱਦੀ ਦੇ ਕੋਲ ਹੇਠਾਂ ਬੈਠ ਕੇ ਧਰੂ ਤਾਰੇ ਵੱਲ ਮੂੰਹ ਕਰਕੇ ਸੋਹ ਦਾ ਜਾਪ ਕਰਦੇ ਰਹਿੰਦੇ। ਚੁੱਪਚਾਪ ਮੌਨ ਧਾਰ ਕੇ ਬੈਠੇ ਰਹਿੰਦੇ। ਪ੍ਰਸ਼ਾਦਾ ਪਾਣੀ ਦੇ ਦਿੱਤਾ ਜਾਂਦਾ ਤਾਂ ਛਕ ਲੈਂਦੇ। ਇੱਕ ਦਿਨ ਇਸ਼ਨਾਨ ਕਰਾਉਣ ਤੋਂ ਬਾਅਦ ਗੱਦੀ ਸਾਹਿਬ ਉੱਪਰ ਬਿਰਾਜਮਾਨ ਹੋ ਗਏ, ਪਰ 3 ਘੰਟੇ ਬਾਅਦ ਹੀ ਹੇਠਾਂ ਬੈਠ ਗਏ। ਬਾਬਾ ਜੀ ਦੇ ਪੁਰਾਣੇ ਸੇਵਕ ਨੀਲਾ ਸਿੰਘ ਨੇ ਕੁਝ ਅਪਸ਼ਬਦ ਬੋਲ ਦਿੱਤੇ ਤਾਂ ਆਪ ਸ਼ਮਸ਼ਾਨ ਭੂਮੀ ਮਰਗਟਾਂ ਵਿੱਚ ਇੱਕ ਛੋਟੀ ਜਿਹੀ ਛਪੜੀ ਦੇ ਕਿਨਾਰੇ ਉੱਪਰ ਜਾ ਕੇ ਬੈਠ ਗਏ। ਬਾਬਾ ਨਰੈਣ ਸਿੰਘ ਜੀ ਨੇ ਮੁਨਸ਼ੀ ਜੀ ਨੂੰ ਕਿਹਾ ਕਿ ਚਲੋ ਮਹਾਤਮਾ ਜੀ ਨੂੰ ਪ੍ਰਸ਼ਾਦਾ ਪਾਣੀ ਛਕਾ ਆਈਏ। ਜਦ ਬਾਬਾ ਨਰੈਣ ਸਿੰਘ ਜੀ ਅਤੇ ਮੁਨਸ਼ੀ ਜੀ ਛਪੜੀ ਦੇ ਕੋਲ ਪਹੁੰਚੇ ਤਾਂ ਦੇਖਦੇ ਹਨ ਕਿ ਛਪੜੀ ਦਾ ਗੰਦਾ ਪਾਣੀ ਨਿਰਮਲ ਹੁੰਦਾ ਜਾ ਰਿਹਾ ਹੈ। ਬਾਬਾ ਨਰੈਣ ਸਿੰਘ ਜੀ ਅਤੇ ਮੁਨਸ਼ੀ ਜੀ ਨੇ ਮਹਾਤਮਾ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਪ੍ਰਤੱਖ ਕਰਾਮਾਤਾਂ ਨਾ ਦਿਖਾਓ, ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਨਗੇ। ਮਹਾਤਮਾ ਅਚਿੰਤ ਰਾਮ ਜੀ ਨੇ ਬਚਨ ਕੀਤਾ ਕਿ ਆਪਣੇ ਸੇਵਕਾਂ ਨੂੰ ਕਰਾਮਾਤਾਂ ਦਿਖਾਉਣੀਆਂ ਇਸ ਲਈ ਠੀਕ ਹੈ
ਕਿ ਉਹ ਵਿਸ਼ਵਾਸ ਬਣਾਈ ਰੱਖਣ ਕਿ ਬਾਬਾ ਜੀ ਹਾਜ਼ਰ ਨਾਜ਼ਰ ਹਨ। ਉਹਨਾਂ ਦੀਆਂ ਬਖਸ਼ੀਆਂ ਹੋਈਆਂ ਬਰਕਤਾਂ ਅਤੇ ਤਾਕਤਾਂ ਉਹਨਾਂ ਦੇ ਸੇਵਕਾਂ ਵਿੱਚ ਮੌਜੂਦ ਹਨ। ਬਾਬਾ ਜੀ ਆਪਣੇ ਸੇਵਕਾਂ ਰਾਹੀਂ ਹੁਣ ਵੀ ਲੋਕਾਂ ਦਾ ਭਲਾ ਕਰਦੇ ਰਹਿਣਗੇ। ਪਰਮਾਤਮਾ ਦੀ ਮਿਹਰ ਤੋਂ ਬਿਨਾਂ ਤਾਂ ਕਈਆਂ ਨੂੰ ਪ੍ਰਤੱਖ ਕਰਾਮਾਤਾਂ ਦੇ ਵਿਸ਼ਵਾਸ ਨਹੀਂ ਵੱਜਦਾ। ਜਿਵੇਂ ਕਿ ਮਹਾਰਾਜਾ ਪਟਿਆਲਾ ਨੂੰ ਖਜ਼ਾਨੇ ਵਿੱਚ 101 ਰੁਪਇਆ ਰੱਖਣ ਲਈ ਦੇਣਾ ਤਾਂ ਕਿ ਖਜ਼ਾਨੇ ਦੀਆਂ ਬਰਕਤਾਂ ਬਣੀਆਂ ਰਹਿਣ। ਪ੍ਰਦੇਸ਼ ਵਿੱਚ ਬੰਬ ਤੋਂ ਬਚਾਉਣਾ, ਆਫਤਾਂ ਅਤੇ ਸਰੀਰਕ ਰੋਗਾਂ ਤੋਂ ਬਚਾਉਣ ਦੀਆਂ ਪ੍ਰਤੱਖ ਮਿਸਾਲਾਂ ਹਨ। ਪਰ ਫਿਰ ਵੀ ਬਾਦਸ਼ਾਹ ਨੇ ਭਰੋਸਾ ਨਾ ਕੀਤਾ, ਬਲਕਿ ਇਹ ਕਿਹਾ ਕਿ ਸੰਤ ਤਾਂ ਸੱਚਖੰਡ ਚਲੇ ਗਏ ਹਨ, ਹੁਣ ਬਚਨਾਂ ਨੂੰ ਕਿਸ ਲਈ ਮੰਨਣਾ ਹੈ। ਇਹੋ ਜਿਹੇ ਭੁਲੇਖੇ ਦੂਰ ਕਰਨ ਲਈ ਸੰਤ ਅਚਿੰਤ ਰਾਮ ਜੀ ਗੰਦੇ ਪਾਣੀ ਨੂੰ ਪਵਿੱਤਰ ਜਲ ਵਿੱਚ ਬਦਲ ਰਹੇ ਸਨ। ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਦੁਸਹਿਰੇ ਦੇ ਭੋਗ ਤੋਂ ਬਾਅਦ ਭਾਈ ਕੇ ਚੱਕਾਂ ਵਾਲਿਆਂ ਅਤੇ ਪਿੰਡ ਦੀ ਪੰਚਾਇਤ ਅਤੇ ਕੱਚੀ ਭੁੱਚੋ ਵਾਲੇ ਭਾਈਕਿਆਂ ਨੇ ਮਹੰਤੀ ਬਾਬਾ ਨਰੈਣ ਸਿੰਘ ਜੀ ਨੂੰ ਪਗੜੀ ਰਸਮ ਕਰਕੇ ਸੌਂਪ ਦਿੱਤੀ। ਪਰ ਬਾਬਾ ਜੀ ਮਹਾਤਮਾ ਅਚਿੰਤ ਰਾਮ ਜੀ ਦੀ ਸਰਪ੍ਰਸਤੀ ਹੇਠ ਹੀ ਸੇਵਾ ਨਿਭਾਉਂਦੇ ਰਹੇ। ਮਹਾਤਮਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਮੁੱਖ ਸੇਵਾਦਾਰ ਅਤੇ ਪ੍ਰਬੰਧਕ ਦੀ ਸੇਵਾ ਕਰਨ ਲੱਗੇ। ਨੋਟ: ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਦੁਸਹਿਰੇ ਤੇ ਪਗੜੀ ਦੀ ਰਸਮ ਬਾਬਾ ਨਰੈਣ ਸਿੰਘ ਜੀ ਨੂੰ ਹੋਣ ਕਾਰਨ ਇਸ ਸੇਵਾ ਦੇ ਦੂਜੇ ਮੁਖੀ ਬਾਬਾ ਨਰੈਣ ਸਿੰਘ ਜੀ ਨੂੰ ਹੀ ਮੰਨਿਆ ਜਾਂਦਾ ਹੈ। ਬਾਬਾ ਨਰੈਣ ਸਿੰਘ ਜੀ ਮੁਖੀ ਸੇਵਾਦਾਰ ਹੋਣ ਦੇ ਨਾਤੇ ਵੀ ਸੰਤ ਅਚਿੰਤ ਰਾਮ ਜੀ ਦਾ ਪੂਰਨ ਸਤਿਕਾਰ ਕਰਦੇ ਸਨ। ਇਹ ਸਾਰੀ ਸਾਖੀ ਮੁਨਸ਼ੀ ਜੀ ਦੀ ਲਿਖਤ ਅਨੁਸਾਰ ਦਰਜ ਹੈ। ਸਾਖੀ ਨੰਬਰ 20। ਅਪਵਿੱਤਰ ਰੂਹ ਦੀ ਸੁਪਨੇ ਅੰਦਰ ਝਲਕ। ਕੰਢੇ ਘਾਟ ਦੇ ਰਹਿਣ ਵਾਲਾ ਮਹਾਰਾਜਾ ਪਟਿਆਲਾ ਦਾ ਸੇਵਾਦਾਰ, ਜਿਸ ਦਾ ਨਾਮ ਨਹੀਂ ਆਇਆ, ਬਾਰੇ ਮੁਨਸ਼ੀ ਜੀ ਜ਼ਿਕਰ ਕਰਦੇ ਹਨ ਕਿ ਉਸ ਨੂੰ ਸੁਪਨੇ ਦੇ ਅੰਦਰ ਇੱਕ ਅਪਵਿੱਤਰ ਰੂਹ ਬਲਾ ਦਿਖਾਈ ਦਿੰਦੀ ਸੀ। ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਪ੍ਰਤੱਖ ਸਾਹਮਣੇ ਖੜੀ ਹੈ। ਉਹਨਾਂ ਮੁਨਸ਼ੀ ਜੀ ਨੂੰ ਅਰਜ਼ ਕੀਤੀ ਕਿ ਮੈਨੂੰ ਇਸ ਤਰ੍ਹਾਂ ਕੋਈ ਬਲਾ ਦਿਖਾਈ ਦਿੰਦੀ ਹੈ ਜਿਸ ਨੇ ਮੇਰਾ ਜਿਉਣਾ ਹਰਾਮ ਕਰ ਦਿੱਤਾ ਹੈ। ਮੁਨਸ਼ੀ ਜੀ ਨੇ ਸਲਾਹ ਦਿੱਤੀ ਕਿ ਇਸ ਦਾ ਹੱਲ ਤਾਂ ਹਜੂਰ ਮਹਾਰਾਜ ਬਾਬਾ ਜੀ ਹੀ ਕਰ ਸਕਦੇ ਹਨ। ਤੁਸੀਂ ਮੇਰੇ ਨਾਲ ਭੁੱਚੋ ਚਲੋ। ਦੋਨੋਂ ਬਾਬਾ ਜੀ ਪਾਸ ਪਹੁੰਚ ਗਏ, ਹਜੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਪਣੀ ਤਕਲੀਫ ਸੁਣਾਈ। ਹਜੂਰ ਮਹਾਰਾਜ ਜੀ ਨੇ ਫਰਮਾਇਆ ਕਿ ਉਸ ਔਰਤ ਦੇ ਵਾਲ ਕਿਹੋ ਜਿਹੇ ਸਨ। ਮਹਾਰਾਜ: ਕੁਝ ਚਿੱਟੇ, ਥੋੜ੍ਹੇ ਕਾਲੇ ਸਨ। ਦੁਖੀਏ ਨੇ ਕਿਹਾ। ਹਜੂਰ ਕਹਿਣ ਲੱਗੇ, ਅਸੀਂ ਜਿਵੇਂ ਕਹਾਂਗੇ ਕਰਨਾ ਹੈ, ਕਾਰਜ ਠੀਕ ਹੋ ਜਾਏਗਾ।
ਇਹ ਜੋ ਬਲਾ ਤੁਹਾਡੇ ਸਾਹਮਣੇ ਆਉਂਦੀ ਹੈ ਤੁਹਾਡੇ ਕਾਰਜ ਖਰਾਬ ਕਰਦੀ ਹੈ। ਤੁਸੀਂ 48 ਦਿਨਾਂ ਵਿੱਚ 12 ਸਧਾਰਨ ਪਾਠ ਕਰਾਉਣੇ ਹਨ ਮਰਿਆਦਾ ਨਾਲ। ਪਹਿਲਾ ਕਾਕੇ ਹਰਬਖਸ਼ ਸਿੰਘ ਦੀ ਹਵੇਲੀ ਵਿੱਚ ਪੂਰੀ ਮਰਿਆਦਾ ਵਿੱਚ ਨਹੀਂ ਹੋਏ, ਇਸ ਕਰਕੇ ਵਿਘਨ ਪੈਂਦਾ ਰਿਹਾ। ਬਾਬਾ ਜੀ ਦੇ ਬਚਨਾਂ ਅਨੁਸਾਰ ਫਿਰ ਇਹਨਾਂ ਨੇ ਮਰਿਆਦਾ ਨਾਲ ਜਪਜੀ ਸਾਹਿਬ ਤੇ ਸਧਾਰਨ ਪਾਠ ਕਰਵਾਏ ਤਾਂ ਇਹਨਾਂ ਨੂੰ ਬਲਾ ਤੋਂ ਛੁਟਕਾਰਾ ਮਿਲਿਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਬਗਲੇ ਤੇ ਫੁਨ ਹੰਸਲਾ ਹੋਵੇ, ਜੇ ਤੂੰ ਕਰੇਂ ਦਿਆਲਾ। ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਿਆਲਾ। ਗੁਰਬਾਣੀ ਦੀ ਸ਼ਕਤੀ ਨਾਲ ਉਸ ਅਵਗਤ ਰੂਹ ਦਾ ਵੀ ਉਧਾਰ ਹੋ ਗਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।